ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ IQ ਐਜੂਕੇਸ਼ਨ ਚੈਨਲ ਦੇ ਵਿੱਚ। ਅੱਜ ਅਸੀਂ ਤੁਹਾਡੇ ਲਈ ਪੋਲੀਟੀਕਲ ਸਾਇੰਸ ਦੀ ਮਾਸਟਰ ਕੇਡਰ ਦੇ ਲਈ SST ਮਾਸਟਰ ਕੇਡਰ ਦੇ ਲਈ MCQ ਟੈਸਟ ਸੀਰੀਜ਼ ਲੈ ਕੇ ਆਏ ਹਾਂ। ਤਾਂ ਤੁਹਾਡੇ ਸਾਹਮਣੇ ਪਹਿਲਾ ਕੁਐਸਚਨ ਆ, ਭਾਰਤ ਦੀ ਸੰਵਿਧਾਨ ਸਭਾ ਦੇ ਗਠਨ ਦਾ ਆਧਾਰ ਸੀ। ਤਾਂ ਨਿਮਨ ਦੇ ਵਿੱਚੋਂ ਭਾਰਤ ਦੀ ਸੰਵਿਧਾਨ ਸਭਾ ਦੇ ਗਠਨ ਦਾ ਆਧਾਰ ਕੀ ਸੀ? ਕੈਬਨਿਟ ਮਿਸ਼ਨ ਪਲਾਨ। ਤਾਂ ਆਪਾਂ ਨੂੰ ਸਭ ਨੂੰ ਵੈਸੇ ਤਾਂ ਪਤਾ ਹੀ ਆ ਵੀ ਕੈਬਨਿਟ ਮਿਸ਼ਨ ਪਲਾਨ ਹੈ ਜਿਹੜਾ ਉਹ 1946 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦੇ ਦੁਆਰਾ ਬੁਲਾਇਆ ਗਿਆ ਸੀ, ਜਿਹਦੇ ਵਿੱਚ ਉਹਨਾਂ ਦੇ ਤਿੰਨ ਜਿਹੜੇ ਮਿਨਿਸਟਰਸ ਉਹ ਆਏ ਸੀ ਇੱਕ ਸਰਵੇ ਦੇ ਦੌਰਾਨ, ਜਿਨ੍ਹਾਂ ਨੇ ਆਪਾਂ ਨੂੰ ਇਹ ਪਰਮਿਸ਼ਨ ਦਿੱਤੀ ਕਿ ਅਸੀਂ ਸੰਵਿਧਾਨ ਹੈ ਜਿਹੜਾ ਉਹ ਬਣਾ ਸਕਦੇ ਹਾਂ। ਤਾਂ ਆਪਣੇ ਫਸਟ ਕੁਐਸਚਨ ਦੀ ਪਹਿਲੀ ਆਪਸ਼ਨ ਹੈ ਜਿਹੜੀ ਉਹ ਬਿਲਕੁਲ ਸਹੀ ਆ। ਸੈਕਿੰਡ ਹੈ, ਗ੍ਰਾਮ ਪੰਚਾਇਤਾਂ ਅਤੇ ਨਗਰ ਪੰਚਾਇਤਾਂ ਵਿੱਚ ਔਰਤਾਂ ਲਈ ਕਿੰਨੇ ਪ੍ਰਤੀਸ਼ਤ ਰਾਖਵਾਂਕਰਨ ਹੈ? ਤਾਂ 33% ਰਾਖਵਾਂਕਰਨ ਹੈ ਜਿਹੜਾ, 1/3 ਹੈ ਜਿਹੜਾ ਰਾਖਵਾਂਕਰਨ ਉਹ ਕੀਤਾ ਗਿਆ ਔਰਤਾਂ ਦੇ ਲਈ। ਨੈਕਸਟ ਹੈ, ਕਿਸ ਰਾਜ ਵਿੱਚ ਪੰਚਾਇਤ ਵਿਵਸਥਾ ਸਭ ਤੋਂ ਪਹਿਲਾਂ ਸਥਾਪਿਤ ਕੀਤੀ ਗਈ? ਤਾਂ ਕਿਹੜੇ ਰਾਜ ਦੇ ਵਿੱਚ ਪੰਚਾਇਤ ਵਿਵਸਥਾ ਸਭ ਤੋਂ ਪਹਿਲਾਂ ਸਥਾਪਿਤ ਕੀਤੀ ਗਈ? ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਵਿੱਚ। ਫੋਰਥ ਹੈ, ਪੰਚਾਇਤ ਵਿੱਚ 50% ਰਾਖਵਾਂਕਰਨ ਔਰਤਾਂ ਲਈ ਸਭ ਤੋਂ ਪਹਿਲਾਂ ਕਿਸ ਰਾਜ ਵਿੱਚ ਲਾਗੂ ਕੀਤਾ ਗਿਆ? ਤਾਂ ਇਹ ਕੀਤਾ ਗਿਆ ਸੀ ਬਿਹਾਰ ਦੇ ਵਿੱਚ। ਹੁਣ 21 ਸਟੇਟਸ ਹੈ ਜਿੱਥੇ 50% ਹੈ ਜਿਹੜਾ ਰਾਖਵਾਂਕਰਨ ਔਰਤਾਂ ਲਈ ਲਾਗੂ ਆ। ਭਾਰਤ ਵਿੱਚ ਸਭ ਤੋਂ ਪਹਿਲਾਂ ਕਿੱਥੇ ਨਗਰ ਨਿਗਮ ਦੀ ਸਥਾਪਨਾ ਕੀਤੀ ਗਈ? ਤਾਂ ਭਾਰਤ ਵਿੱਚ ਸਭ ਤੋਂ ਪਹਿਲਾਂ ਨਗਰ ਨਿਗਮ ਹੈ ਜਿਹੜਾ ਉਹ ਕੇਰਲਾ ਦੇ ਵਿੱਚ ਸਥਾਪਿਤ ਕੀਤਾ ਗਿਆ। ਨੈਕਸਟ ਕੁਐਸਚਨ ਹੈ ਜੀ, ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਸਥਾਨਕ ਸ਼ਾਸਨ ਸੰਸਥਾਵਾਂ ਦਾ ਜ਼ਿਕਰ ਕੀਤਾ ਗਿਆ? ਸਥਾਨਕ ਸ਼ਾਸਨ ਸ਼ਹਿਰੀ ਸੰਸਥਾਵਾਂ ਕਹਿ ਸਕਦੇ ਹਾਂ ਆਪਾਂ, ਸਥਾਨਕ ਸ਼ਹਿਰੀ ਸ਼ਾਸਨ ਸੰਸਥਾਵਾਂ ਦਾ ਜ਼ਿਕਰ ਕੀਤਾ ਗਿਆ ਹੈਗਾ। ਤਾਂ ਇਹ ਹੈਗਾ ਗਾ 12ਵੀਂ ਅਨੁਸੂਚੀ ਦੇ ਵਿੱਚ। 7th ਕੁਐਸਚਨ ਹੈ, 74ਵੀਂ ਸੰਵਿਧਾਨਿਕ ਸੋਧ 1992 ਕਿਸ ਨਾਲ ਸੰਬੰਧਿਤ ਹੈ? ਤਾਂ 74ਵੀਂ ਸੰਵਿਧਾਨਿਕ ਸੋਧ 1992 ਕਿਹਦੇ ਨਾਲ ਸੰਬੰਧਿਤ ਹੈ? ਨਗਰ ਨਿਗਮ ਦੇ ਨਾਲ। UNO ਦਿਵਸ ਕਦੋਂ ਮਨਾਇਆ ਜਾਂਦਾ ਹੈ? UNO ਦਿਵਸ ਹੈ ਜਿਹੜਾ 24 ਅਕਤੂਬਰ ਨੂੰ ਮਨਾਇਆ ਜਾਂਦਾ, ਕਿਉਂਕਿ 24 ਅਕਤੂਬਰ 1945 ਨੂੰ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ ਸਥਾਪਨਾ ਹੋਈ ਸੀ। ਤਾਂ ਉਸੇ ਦਿਨ ਹੈ ਜਿਹੜਾ ਇਹ 24 ਅਕਤੂਬਰ ਨੂੰ ਮਨਾਇਆ ਜਾਂਦਾ ਹੈਗਾ। ਨੈਕਸਟ ਹੈ, ਸੰਯੁਕਤ ਰਾਸ਼ਟਰ ਸੰਘ ਦੀ ਮਾਨਤਾ ਪ੍ਰਾਪਤ ਭਾਸ਼ਾਵਾਂ। ਤਾਂ UNO ਦੇ ਵਿੱਚ ਟੋਟਲ 6 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ, ਇੰਗਲਿਸ਼, ਸਪੈਨਿਸ਼, ਚੀਨੀ, ਰੂਸੀ, ਅਰਬੀ ਅਤੇ ਫਰੈਂਚ। ਤਾਂ ਇਹਦਾ ਆਨਸਰ ਹੋਊਗਾ ਉਪਰੋਕਤ ਸਾਰੀਆਂ। ਨੈਕਸਟ ਹੈ ਜੀ, ਭਾਰਤ ਦਾ ਪਹਿਲਾ ਕਾਨੂੰਨੀ ਅਧਿਕਾਰੀ ਕਿਹੜਾ ਹੈ? ਤਾਂ ਭਾਰਤ ਦਾ ਪਹਿਲਾ ਕਾਨੂੰਨੀ ਅਧਿਕਾਰੀ ਹੈ ਮਹਾਨਿਆਂਵਾਦੀ, ਜਿਹਨੂੰ ਆਪਾਂ ਅਟਾਰਨੀ ਜਨਰਲ ਆਫ ਇੰਡੀਆ ਵੀ ਕਹਿੰਦੇ ਹਾਂ। ਸਧਾਰਨ ਭਾਸ਼ਾ ਦੇ ਵਿੱਚ ਆਪਾਂ ਇਹਨਾਂ ਨੂੰ ਸਰਕਾਰ ਦਾ ਵਕੀਲ ਵੀ ਕਹਿ ਸਕਦੇ ਹਾਂ। 11th ਕੁਐਸਚਨ ਆ, ਨਿਗਮ ਆਯੁਕਤ ਦੀ ਨਿਯੁਕਤੀ ਕਿੰਨੇ ਸਾਲ ਲਈ ਕੀਤੀ ਜਾਂਦੀ ਹੈ? ਤਾਂ ਨਿਗਮ ਦੇ ਜਿਹੜੇ ਚੇਅਰਮੈਨ ਉਹਦੀ ਨਿਯੁਕਤੀ ਹੈ ਜਿਹੜੀ 5 ਸਾਲ ਦੇ ਲਈ ਕੀਤੀ ਜਾਂਦੀ ਆ। ਨੈਕਸਟ ਕੁਐਸਚਨ ਹੈ 12ਵਾਂ ਕੁਐਸਚਨ, ਸੰਸਦ ਦੇ ਦੋਨਾਂ ਸਦਨਾਂ ਵਿੱਚ ਵਿਵਾਦ ਹੋਣ ਤੇ ਦੋਨਾਂ ਦੀ ਸਾਂਝੀ ਬੈਠਕ ਹੈ ਜਿਹੜੀ ਕੌਣ ਬੁਲਾਉਂਦਾ? ਤਾਂ ਸੰਸਦ ਦੇ ਦੋਨਾਂ ਸਦਨਾਂ 'ਚ ਵਿਵਾਦ ਹੋਣ ਤੇ ਸਾਂਝੀ ਬੈਠਕ ਰਾਸ਼ਟਰਪਤੀ ਦੇ ਦੁਆਰਾ 108 ਆਰਟੀਕਲ ਦੇ ਅਧੀਨ ਬੁਲਾਈ ਜਾਂਦੀ ਹੈ ਅਤੇ ਇਹ ਕੇਂਦਰ ਸਰਕਾਰ ਦੀ ਸਲਾਹ 'ਤੇ ਬੁਲਾਈ ਜਾਂਦੀ ਹੈ। ਪਰ ਹੁਣ ਤੱਕ ਕਈ ਵਾਰ ਤੁਹਾਨੂੰ ਪੁੱਛਿਆ ਜਾ ਸਕਦਾ ਕਿੰਨੇ ਵਾਰ, ਨੈਕਸਟ ਕੁਐਸਚਨ ਇਹ ਹੈ ਕਿੰਨੇ ਵਾਰ ਬੁਲਾਈ ਗਿਆ? ਤਾਂ 3 ਵਾਰ ਬੁਲਾਈ ਗਈ। ਸਾਂਝੀ ਬੈਠਕ ਹੈ ਜਿਹੜੀ ਕੁੱਲ 3 ਵਾਰ ਹੈ। 3 ਵਾਰ ਕਦੋਂ ਕਦੋਂ ਬੁਲਾਈ ਗਈ ਹੈ? ਪਹਿਲਾ ਹੈਗਾ ਡੌਰੀ ਪ੍ਰੋਵੀਸ਼ਨ, ਦਹੇਜ ਵਿਰੋਧੀ ਜਿਹੜਾ ਐਕਟ ਹੈ 1961 ਦੇ ਵਿੱਚ ਬੁਲਾਈ ਗਈ ਹੈ। ਦੂਸਰੀ ਵਾਰ ਬੈਂਕਿੰਗ ਸੇਵਾ ਆਯੋਗ ਦੇ ਲਈ 1978 ਦੇ ਵਿੱਚ ਬੁਲਾਈ ਗਈ ਹੈ। ਐਂਡ ਤੀਸਰੀ ਵਾਰ ਬੁਲਾਈ ਗਈ ਹੈ ਪ੍ਰੀਵੈਂਸ਼ਨ ਆਫ ਟੈਰਰਿਜ਼ਮ ਐਕਟ, ਜਿਹਨੂੰ ਆਪਾਂ ਪੋਟਾ ਵੀ ਕਹਿ ਸਕਦੇ ਹਾਂ, ਆਤੰਕਵਾਦ ਨਿਰੋਧਕ ਬਿੱਲ 2002 ਦੇ ਵਿੱਚ। ਤਾਂ ਇਹ ਹੁਣ ਤੱਕ ਜਿਹੜੀ ਹੈਗੀ ਹੈ 3 ਵਾਰ ਬੁਲਾਈ ਜਾ ਚੁੱਕੀ ਹੈ। ਨੈਕਸਟ ਹੈ, ਕਿਸ ਭਾਰਤੀ ਰਾਜ ਦੀ ਭਾਸ਼ਾ ਅੰਗਰੇਜ਼ੀ ਹੈ? ਤਾਂ ਕਿਹੜੇ ਰਾਜ ਦੀ ਅੰਗਰੇਜ਼ੀ ਭਾਸ਼ਾ ਹੈਗੀ? ਸਟੇਟ ਲੈਂਗੁਏਜ ਹੈ ਜਿਹੜੀ ਉਹਨਾਂ ਨੇ ਇੰਗਲਿਸ਼ ਰੱਖੀ ਹੋਈ ਹੈ, ਨਾਗਾਲੈਂਡ ਦੀ। ਇਹ ਕੁਐਸਚਨ ਬਹੁਤ ਵਾਰ ਪੁੱਛਿਆ ਵੀ ਜਾ ਚੁੱਕਿਆ। ਭਾਰਤੀ ਭਾਸ਼ਾ ਜੋ ਵਿਸ਼ਵ ਵਿੱਚ ਸਭ ਤੋਂ ਵੱਧ ਬੋਲੀ ਜਾਂਦੀ ਹੈ। ਭਾਰਤ ਦੀ ਅਜਿਹੀ ਭਾਸ਼ਾ ਜੋ ਵਿਸ਼ਵ ਵਿੱਚ ਸਭ ਤੋਂ ਵੱਧ ਬੋਲੀ ਜਾਂਦੀ ਹੈ ਤਾਂ ਹਿੰਦੀ ਬੋਲੀ ਜਾਂਦੀ ਹੈ। ਨੈਕਸਟ ਹੈ, ਕਿਹੜੀ ਭਾਸ਼ਾ ਨੂੰ ਸੰਵਿਧਾਨ ਦੀ 8ਵੀਂ ਸੂਚੀ ਵਿੱਚ ਦਰਜਾ ਨਹੀਂ ਦਿੱਤਾ ਗਿਆ? ਤਾਂ ਕਿਹੜੀ ਭਾਸ਼ਾ ਨੂੰ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਦਰਜਾ ਨਹੀਂ ਦਿੱਤਾ ਗਿਆ? ਅੰਗਰੇਜ਼ੀ ਨੂੰ। ਅੱਗੇ ਹੈਗਾ, ਕਿਸ ਅਨੁਛੇਦ ਰਾਹੀਂ ਜੰਮੂ ਕਸ਼ਮੀਰ ਨੂੰ ਅਲੱਗ ਸੰਵਿਧਾਨ ਦੀ ਵਿਵਸਥਾ ਸੀ ਜਾਂ ਅਲੱਗ ਸੰਵਿਧਾਨ ਸੀਗਾ? ਤਾਂ ਉਹ ਹੈਗਾ ਆਰਟੀਕਲ 370। 18ਵਾਂ ਕੁਐਸਚਨ ਹੈ, ਲੋਕਤੰਤਰ ਦੀ ਮੁੱਢਲੀ ਇਕਾਈ ਕਿਹੜੀ ਹੈ? ਲੋਕਤੰਤਰ ਦੀ ਮੁੱਢਲੀ ਇਕਾਈ ਕਿਹਨੂੰ ਮੰਨਿਆ ਜਾ ਸਕਦਾ ਹੈ ਨਿਮਨ ਦੇ ਵਿੱਚੋਂ? ਪੰਚਾਇਤ, ਕਿਉਂਕਿ ਉਹ ਪਹਿਲੀ ਪੌੜੀ ਹੈ ਇੱਕ ਜਿਹੜੀ ਹੈਗੀ ਲੋਕਲ ਗਵਰਨਮੈਂਟ ਦੀ, ਇੱਕ ਡਾਇਰੈਕਟ ਡੈਮੋਕ੍ਰੇਸੀ ਦੀ ਆਪਾਂ ਕਹਿ ਸਕਦੇ ਹਾਂ ਪਹਿਲੀ ਪੌੜੀ ਹੈ ਜਿਹਦੇ ਰਾਹੀਂ ਆਪਾਂ ਦੇਸ਼ ਦੇ ਵਿੱਚ ਡੈਮੋਕ੍ਰੇਸੀ ਦੀ ਸ਼ੁਰੂਆਤ ਕਰਦੇ ਹਾਂ। ਨੈਕਸਟ ਹੈ 19ਵਾਂ ਕੁਐਸਚਨ, ਸੰਵਿਧਾਨ ਦੇ ਕਿਸ ਭਾਗ ਵਿੱਚ ਪੰਚਾਇਤੀ ਰਾਜ ਦਾ ਜ਼ਿਕਰ ਕੀਤਾ ਗਿਆ? ਤਾਂ ਸੰਵਿਧਾਨ ਦੇ ਕਿਹੜੇ ਭਾਗ 'ਚ ਕੀਤਾ ਗਿਆ? 9ਵੇਂ ਭਾਗ ਦੇ ਵਿੱਚ ਕੀਤਾ ਗਿਆ।
ਨੈਕਸਟ ਹੈ 20ਵਾਂ ਕੁਐਸਚਨ, ਪੰਚਾਇਤ ਦੇ ਸਰਪੰਚ ਦੀ ਉਮਰ ਹੈ ਜਿਹੜੀ ਕਿੰਨੀ ਹੋਣੀ ਚਾਹੀਦੀ ਹੈ? 21 ਸਾਲ। 21 ਘੱਟੋ ਘੱਟ 21 ਸਾਲ ਦੀ ਉਮਰ ਦਾ ਜਿਹੜਾ ਬੰਦਾ ਵਿਅਕਤੀ ਹੈ ਉਹ ਸਰਪੰਚ ਬਣਨ ਦੇ ਜਿਹੜੇ ਹੈਗਾ ਕਾਬਿਲ ਹੁੰਦਾ ਗਾ। ਨੈਕਸਟ ਕੁਐਸਚਨ ਹੈ 21ਵਾਂ, ਸਹੀ ਪਛਾਣ ਕਰੋ। ਤਾਂ ਸਹੀ ਪਛਾਣ ਕਰਨ ਦੇ ਲਈ ਆਪਾਂ ਨੂੰ ਲੋਕਲ ਗਵਰਨਮੈਂਟ ਦੇ ਜਿਹੜੇ ਹੈਗੇ ਉਹ ਬਲਾਕਸ ਆਪਾਂ ਕਹਿ ਸਕਦੇ ਹਾਂ, ਜਾਂ ਕਿਸਮਾਂ ਨੇ, ਜਾਂ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਵਿਭਾਗ ਹੈ, ਉਹਨਾਂ ਨੂੰ ਵੰਡਿਆ ਹੋਇਆ, ਜਿਹਨੂੰ ਆਪਾਂ 3 ਟਾਇਰਸ ਆਫ ਗਵਰਨਮੈਂਟ ਵੀ ਕਹਿੰਦੇ ਹਾਂ। ਤਾਂ ਆਪਾਂ ਸਿਰਫ ਇਹ ਦੱਸਣਾ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਹੈ। ਸਭ ਤੋਂ ਪਹਿਲਾਂ ਹੈਗਾ ਪੰਚਾਇਤ, ਫਿਰ ਹੈ ਪੰਚਾਇਤ ਸਮਿਤੀ ਐਂਡ ਜ਼ਿਲ੍ਹਾ ਪਰਿਸ਼ਦ, ਅਤੇ ਇਹੀ ਆਪਣਾ ਜਿਹੜਾ ਹੈਗਾ ਰਾਈਟ ਆਪਸ਼ਨ ਹੈ। ਅੱਗੇ ਹੈ ਰਾਜ ਸਭਾ ਦੇ ਕੁੱਲ ਕਿੰਨੇ ਮੈਂਬਰ ਹਨ? ਤਾਂ ਰਾਜ ਸਭਾ ਦੇ ਕੁੱਲ ਕਿੰਨੇ ਮੈਂਬਰ ਨੇ? ਜੇ ਮੌਜੂਦਾ ਪੁੱਛੇ ਜਾ ਸਕਦੇ ਤਾਂ 243 ਹੈ, ਪਰ ਇਹਦੇ ਵਿੱਚ ਮੌਜੂਦਾ 245 ਆਪਸ਼ਨ ਹੈ, ਇਹਨੂੰ ਆਪਾਂ ਰਾਈਟ ਕਹਿ ਸਕਦੇ ਹਾਂ। ਅਦਰਵਾਈਜ਼ 250 ਮੈਂਬਰ ਹੈ ਜਿਹੜੇ ਉਹ ਰਾਜ ਸਭਾ ਦੇ ਵਿੱਚ ਹੁੰਦੇ ਨੇ। ਨੈਕਸਟ ਹੈ 23ਵਾਂ ਕੁਐਸਚਨ, ਰਾਜ ਸਭਾ ਵਿੱਚ ਹਰ 2 ਸਾਲ ਬਾਅਦ ਕਿੰਨੇ ਮੈਂਬਰ ਹੈ ਜਿਹੜੇ ਰਿਟਾਇਰ ਹੋ ਜਾਂਦੇ ਨੇ? ਤਾਂ ਹਰ 2 ਸਾਲ ਬਾਅਦ ਕਿੰਨੇ ਮੈਂਬਰ ਰਿਟਾਇਰ ਹੁੰਦੇ ਹੈਗੇ? 1/3 ਮੈਂਬਰ ਹੁੰਦੇ ਆ, ਪਰ ਉਹ ਆਪਣਾ 6 ਸਾਲ ਦਾ ਕਾਰਜਕਾਲ ਹੈ ਜਿਹੜਾ ਉਹ ਭੋਗ ਕੇ ਰਿਟਾਇਰ ਹੁੰਦੇ ਨੇ। ਨੈਕਸਟ ਹੈ 24ਵਾਂ ਕੁਐਸਚਨ, ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ? ਤਾਂ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਅਪਰਤੱਖ ਵਿਧੀ ਦੇ ਰਾਹੀਂ ਹੁੰਦੀ ਹੈ। ਆਪਾਂ ਜਿਹੜੇ ਹੈਗੇ ਆ ਸਟੇਟਸ ਦੇ ਵਿੱਚੋਂ MLA ਆ ਜਿਹੜੇ ਉਹ ਨਿਯੁਕਤ ਕਰਦੇ ਆ, ਅਤੇ ਉਹਨਾਂ ਦੇ ਵਿੱਚੋਂ ਅੱਗੇ ਇਨਡਾਇਰੈਕਟ ਵੇ ਦੇ ਨਾਲ ਜਿਹੜੇ ਹੈਗੇ ਆ MPs ਸਿਲੈਕਸ਼ਨ ਕਰਕੇ ਉਹਨਾਂ ਨੂੰ ਅੱਗੇ ਭੇਜਿਆ ਜਾਂਦਾ ਪਾਰਲੀਮੈਂਟ ਦੇ ਵਿੱਚ। ਸੰਸਦ ਵਿੱਚ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ? ਸੰਸਦ ਦੇ ਵਿੱਚ ਹੁਣ ਜਿਹੜੇ ਹੈਗੇ ਆ 12 ਮੈਂਬਰ ਹੀ ਹੈ ਉਹ ਨਾਮਜ਼ਦ ਕੀਤੇ ਜਾਂਦੇ ਨੇ। ਨੈਕਸਟ ਹੈ 2026 ਈਸਵੀ ਤੱਕ ਸੰਸਦ ਦੇ ਮੈਂਬਰਾਂ ਦੀ ਸੰਖਿਆ ਓਨੀ ਹੀ ਰਹੇਗੀ ਜਿੰਨੀ ਵਰਤਮਾਨ ਵਿੱਚ ਹੈ। ਇਹ ਕਿਸ ਸੋਧ ਦੇ ਵਿੱਚ ਸੰਸ਼ੋਧਨ ਵਿੱਚ ਕਿਹਾ ਗਿਆ? ਤਾਂ ਹਾਂਜੀ ਇਹ ਬਹੁਤ ਜ਼ਰੂਰੀ ਹੈ ਵੀ ਕਿਹੜੇ ਸੰਸ਼ੋਧਨ ਦੇ ਵਿੱਚ ਕਿਹਾ ਗਿਆ। ਇਹ 84ਵੇਂ ਸੰਸ਼ੋਧਨ ਦੇ ਵਿੱਚ ਕਿਹਾ ਗਿਆ ਸੀ ਵੀ ਜਿਵੇਂ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਹੈਗੀ 550 ਮੈਕਸੀਮਮ ਹੈ, ਜਿਹੜੇ 552 ਹੋ ਸਕਦੇ ਆ, ਅਤੇ ਇਸ ਟਾਈਮ ਹੈ ਜਿਹੜੇ 543 ਹੈ। ਇਹ ਸਾਰੀ ਜਿਹੜੀ ਨਿਸ਼ਚਿਤ ਕੀਤੀ ਗਈ ਇਹਨਾਂ ਦੀ ਸੰਖਿਆ ਹੈਗੀ ਇਹ ਜਿਹੜੀ ਹੈ 2026 ਤੱਕ ਨਿਸ਼ਚਿਤ ਕੀਤੀ ਗਈ ਹੈ। 2001 ਦੇ ਵਿੱਚ ਹੈ ਇਹ ਨਿਸ਼ਚਿਤ ਕੀਤੀ ਗਈ ਸੀ ਵੀ 2001 ਤੋਂ 2026 ਤੱਕ ਇਸੇ ਤਰ੍ਹਾਂ ਰਹੇਗੀ, ਕਿਉਂਕਿ ਲਾਸਟ ਜਿਹੜੀ ਇਹ ਗਿਣਤੀ ਹੈ ਇਹ 1971 ਦੇ ਸੈਂਸਸ ਦੇ ਅਕੋਰਡਿੰਗ ਆ। ਉਸ ਤੋਂ ਬਾਅਦ ਆਪਣੀ ਜਨਸੰਖਿਆ ਦੇ ਵਿੱਚ ਕੁਛ ਜ਼ਿਆਦਾ ਜਿਹੜੀ ਹੈਗੀ ਆ ਇੰਕਰੀਮੈਂਟ ਨਹੀਂ ਹੋਈ ਸੀ, ਜ਼ਿਆਦਾ ਇਨਕਰੀਜ਼ ਨਹੀਂ ਹੋਈ ਸੀ। ਇਸ ਕਰਕੇ ਕੀ ਹੋ ਗਿਆ ਤਾਂ 2001 ਦੇ ਵਿੱਚ ਇਹ ਫਾਈਨਲ ਕਰ ਦਿੱਤਾ ਗਿਆ ਸੀ ਕਿ 2026 ਤੱਕ ਇਹ ਜਨਸੰਖਿਆ ਦੇ ਆਧਾਰ 'ਤੇ ਜਿਹੜੀਆਂ ਸੀਟਾਂ ਨੇ ਉਹ ਇੰਨੀਆਂ ਹੀ ਰਹਿਣਗੀਆਂ। 27ਵਾਂ ਕੁਐਸਚਨ ਹੈ, ਮੂਲ ਸੰਵਿਧਾਨ ਵਿੱਚ ਲੋਕ ਸਭਾ ਦੇ ਕਿੰਨੇ ਮੈਂਬਰ ਹਨ? ਤਾਂ ਮੂਲ ਸੰਵਿਧਾਨ ਦੇ ਵਿੱਚ ਲੋਕ ਸਭਾ ਦੇ ਕਿੰਨੇ ਮੈਂਬਰ ਸੀ ਜਿਹੜੇ ਸ਼ੁਰੂ ਤੋਂ ਸੀ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਅਮੈਂਡਮੈਂਟ ਹੈ ਜਿਹੜੀ ਉਹ ਨਹੀਂ ਕੀਤੀ ਗਈ। ਤਾਂ ਮੂਲ ਸੰਵਿਧਾਨ ਦੇ ਵਿੱਚ 500 ਮੈਂਬਰ ਹੈ ਜਿਹੜੇ ਉਹ ਲੋਕ ਸਭਾ ਦੇ ਦੱਸੇ ਗਏ ਨੇ। ਉਸ ਤੋਂ ਬਾਅਦ ਜਿਹੜੇ ਹੈਗੇ ਹੌਲੀ ਹੌਲੀ ਚੇਂਜਸ ਹੈ ਜਿਹੜੇ ਉਹ ਆਉਂਦੇ ਗਏ। ਨੈਕਸਟ ਹੈ, ਵਰਤਮਾਨ ਵਿੱਚ ਸੰਸਦ ਵਿੱਚ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੈ? ਤਾਂ 545 ਆ। ਨੈਕਸਟ ਹੈ, ਉਦਾਰਵਾਦ ਸ਼ਬਦ ਦਾ ਪ੍ਰਯੋਗ ਸਭ ਤੋਂ ਪਹਿਲਾਂ ਕਦੋਂ ਕੀਤਾ ਗਿਆ? ਉਦਾਰਵਾਦ ਸ਼ਬਦ ਦਾ ਸਭ ਤੋਂ ਪਹਿਲਾ ਪ੍ਰਯੋਗ 19ਵੀਂ ਸਦੀ ਵਿੱਚ ਕੀਤਾ ਗਿਆ। ਸੰਵਿਧਾਨ ਵਿੱਚ ਪਹਿਲੀ ਸੋਧ ਕਿਸ ਨਾਲ ਸੰਬੰਧਿਤ ਸੀ? ਸੰਵਿਧਾਨ ਵਿੱਚ ਪਹਿਲੀ ਸੋਧ ਹੈ ਜਿਹੜੀ ਉਹ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਸੀ। ਐਕਚੁਅਲੀ ਇਹ ਕਹਿ ਸਕਦੇ ਹਾਂ ਜਿਹੜੀ ਪਹਿਲੀ ਅਹਿਮ ਸੋਧ ਹੈ ਜਿਹੜੀ ਉਹ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਸੀ, ਬਟ ਇਸ ਤੋਂ ਪਹਿਲਾਂ ਵੀ ਸੰਵਿਧਾਨ ਦੇ ਵਿੱਚ ਕਈ ਸੋਧਾਂ ਹੋ ਚੁੱਕੀਆਂ, ਜਿਵੇਂ ਜਿਹੜੀ ਹੈਗੀ ਹੈ ਲੈਂਡ ਰਿਫੋਰਮਸ ਨੂੰ ਲੈ ਕੇ ਜਿਹੜੀ ਸੋਧ ਹੋਈ ਹੈਗੀ ਉਹ ਸਭ ਤੋਂ ਇੰਪੋਰਟੈਂਟ ਵੀ ਮੰਨੀ ਜਾਂਦੀ ਹੈ ਅਤੇ ਉਹ ਸਭ ਤੋਂ ਪਹਿਲੀ ਸੋਧ ਵੀ ਹੈ। ਤਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਮੌਲਿਕ ਅਧਿਕਾਰਾਂ ਵਾਲੀ ਪਹਿਲੀ ਹੈ, ਕਿਉਂਕਿ ਮੌਲਿਕ ਅਧਿਕਾਰਾਂ ਵਾਲੀ ਜਿਹੜੀ ਸੋਧ ਹੈਗੀ ਇਹ ਹੈਗੀ ਹੈ 42ਵੀਂ ਸੋਧ ਆ। ਨੈਕਸਟ ਹੈ, ਰਾਜ ਦਾ ਭਾਸ਼ਾ ਦੇ ਆਧਾਰ 'ਤੇ ਪੁਨਰਗਠਨ ਕਿਸ ਸੋਧ ਰਾਹੀਂ ਕੀਤਾ ਗਿਆ? ਪੰਜਾਬ ਦਾ ਭਾਸ਼ਾ ਦੇ ਆਧਾਰ 'ਤੇ ਪੁਨਰਗਠਨ ਕਿਸ ਸੋਧ ਅਧੀਨ ਕੀਤਾ ਗਿਆ ਹੈਗਾ? ਤਾਂ ਪੰਜਾਬ ਦਾ ਜਿਹੜਾ ਪੁਨਰਗਠਨ ਹੈ ਉਹ 18ਵੀਂ ਸੋਧ ਅਧੀਨ ਕੀਤਾ ਗਿਆ। 42ਵੀਂ ਸੋਧ ਸੰਵਿਧਾਨ ਦੇ ਕਿਸ ਢਾਂਚੇ ਨਾਲ ਜੁੜੀ ਹੈ? 42ਵੀਂ ਸੋਧ ਸੰਵਿਧਾਨ ਦੇ ਕਿਸ ਢਾਂਚੇ ਨਾਲ ਜੁੜੀ ਹੋਈ ਹੈ? ਇਹ ਪ੍ਰਸਤਾਵਨਾ ਨਾਲ ਵੀ ਰਿਲੇਟ ਕਰਦੀ ਹੈ। ਪ੍ਰਸਤਾਵਨਾ ਹੀ ਹੈ ਇਹਦਾ ਆਨਸਰ, ਕਿਉਂਕਿ ਕਰਤੱਵਾਂ ਵਾਲੀ ਹੈ ਜਿਹੜੀ ਉਹ ਅਗਲੀ ਸੀ 44ਵੀਂ ਸੋਧ ਸੀ, ਅਧਿਕਾਰਾਂ ਵਾਲੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਪਹਿਲੀ ਵਾਰ ਸੋਧ ਕਦੋਂ ਕੀਤੀ ਗਈ ਸੀ? ਤਾਂ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਪਹਿਲੀ ਵਾਰ ਸੋਧ ਹੈ ਜਿਹੜੀ ਉਹ 1976 ਦੇ ਵਿੱਚ ਕੀਤੀ ਗਈ ਹੈ। ਅੱਗੇ ਹੈਗਾ, ਕਿਸ ਸੋਧ ਰਾਹੀਂ ਸੰਪੱਤੀ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਵਿੱਚੋਂ ਕੱਢ ਕੇ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ?
ਤਾਂ 44ਵੀਂ ਸੋਧ 1978 ਦੇ ਵਿੱਚ ਪ੍ਰੋਪਰਟੀ ਦੇ ਰਾਈਟ ਹੈ ਜਿਹੜਾ ਆਪਣਾ ਫੰਡਾਮੈਂਟਲ ਰਾਈਟ ਸੀਗਾ ਉਹਨੂੰ ਹਟਾ ਦਿੱਤਾ ਗਿਆ ਸੀਗਾ ਅਤੇ ਉਹਨੂੰ ਅਮੈਂਡ ਕਰਕੇ ਕੀ ਬਣਾ ਦਿੱਤਾ, ਇੱਕ ਲੀਗਲ ਰਾਈਟ ਬਣਾ ਦਿੱਤਾ। ਅਤੇ ਹੁਣ ਇਹਦਾ ਆਰਟੀਕਲ ਹੈ ਜਿਹੜਾ 300A ਆ, ਕਈ ਵਾਰੀ ਪੁੱਛਿਆ ਵੀ ਜਾ ਸਕਦਾ। ਨੈਕਸਟ ਹੈ, ਕਿਸ ਸੋਧ ਰਾਹੀਂ ਵੋਟ ਪਾਉਣ ਦੀ ਉਮਰ 21 ਸਾਲ ਤੋਂ 18 ਸਾਲ ਕੀਤੀ ਗਈ ਹੈ, ਤਾਂ ਇਹ 61ਵੀਂ ਸੋਧ ਹੈ ਜਿਹੜੀ ਉਹਦੇ ਅਧੀਨ ਕੀਤੀ ਗਈ ਸੀ। ਨੈਕਸਟ ਹੈ, ਦਿੱਲੀ ਤੇ ਪੁਡੁਚੇਰੀ ਨੂੰ ਰਾਸ਼ਟਰਪਤੀ ਦੀ ਚੋਣ ਵਿੱਚ ਕਿਸ ਸੋਧ ਰਾਹੀਂ ਸ਼ਾਮਲ ਕੀਤਾ ਗਿਆ। ਦਿੱਲੀ ਤੇ ਪੁਡੁਚੇਰੀ ਨੂੰ 70ਵੀਂ ਸੋਧ ਦੇ ਅਧੀਨ ਹੈ ਜਿਹੜਾ ਉਹ ਸ਼ਾਮਲ ਕੀਤਾ ਗਿਆ ਸੀ। 37 ਕੁਐਸਚਨ ਹੈ, ਦਲ ਬਦਲ ਕਾਨੂੰਨ ਸੰਬੰਧੀ ਸੰਸ਼ੋਧਨ ਸੰਵਿਧਾਨ ਦੀ ਕਿਹੜੀ ਸੋਧ ਰਾਹੀਂ ਕੀਤਾ ਗਿਆ, ਤਾਂ ਇਹ ਹੈਗੀ ਜੀ 91ਵੀਂ ਸੋਧ। ਨੈਕਸਟ ਹੈ, SC ST ਅਤੇ ਪਛੜੇ ਵਰਗ ਲਈ ਸਿੱਖਿਆ ਸੰਸਥਾਵਾਂ ਵਿੱਚ ਰਾਖਵਾਂਕਰਨ ਦੀ ਵਿਵਸਥਾ ਕਿਹੜੀ ਸੋਧ ਰਾਹੀਂ ਕੀਤੀ ਗਈ ਹੈ, ਤਾਂ ਇਹ ਕੀਤੀ ਗਈ ਹੈ 93 ਸੋਧ ਦੇ ਅਧੀਨ। ਅਗਲਾ ਕੁਐਸਚਨ ਹੈ 39, UNO ਸੰਸਥਾ ਦੇ ਝੰਡੇ ਵਿੱਚ ਕਿਸ ਦੇਸ਼ ਦਾ ਨਕਸ਼ਾ ਹੈ। UNO ਸੰਸਥਾ ਦੇ ਝੰਡੇ ਵਿੱਚ ਕਿਹੜੇ ਦੇਸ਼ ਦਾ ਨਕਸ਼ਾ ਹੈਗਾ, ਵਰਲਡ ਦਾ, ਦੁਨੀਆ ਦਾ। ਨੈਕਸਟ ਹੈ 40ਵਾਂ ਕੁਐਸਚਨ, UNO ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਦੇਸ਼ ਦੇ ਮੁਖੀ ਨੇ ਕੀਤੀ ਸੀ, ਤਾਂ ਇਹ ਅਮਰੀਕਾ ਦੇ ਰਾਸ਼ਟਰਪਤੀ ਨੇ ਕੀਤੀ ਸੀ। ਭਾਰਤ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਜਿਸ ਦਾ ਇੱਕ ਵੀ ਪ੍ਰਤੀਨਿਧੀ ਰਾਜ ਸਭਾ ਵਿੱਚ ਨਹੀਂ ਹੈ। ਭਾਰਤ ਦਾ ਅਜਿਹਾ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹਦਾ ਇੱਕ ਵੀ ਨਹੀਂ ਹੈ, ਅੰਡੇਮਾਨ ਨਿਕੋਬਾਰ, ਚੰਡੀਗੜ੍ਹ, ਦਮਨਦੀਪ, ਤਾਂ ਇਹ ਉਪਰੋਕਤ ਸਾਰੇ ਹੀ ਹੈ ਜੀ, ਇਹਨਾਂ ਦਾ ਕੋਈ ਵੀ ਨਹੀਂ ਹੈਗਾ ਰਾਜ ਸਭਾ ਦੇ ਵਿੱਚ, ਕਿਉਂਕਿ ਰਾਜ ਸਭਾ ਦੇ ਵਿੱਚ ਪੁਡੁਚੇਰੀ ਤੇ ਦਿੱਲੀ ਦੇ ਮੈਂਬਰ ਹੈ ਜਿਹੜੇ ਉਹ ਜਾਂਦੇ ਨੇ। ਨੈਕਸਟ ਹੈਗਾ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕ ਸਭਾ ਵਿੱਚ ਵੱਧ ਤੋਂ ਵੱਧ ਕਿੰਨੇ ਮੈਂਬਰ ਨੇ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕ ਸਭਾ ਦੇ ਵਿੱਚ 20 ਮੈਂਬਰ ਹੋ ਸਕਦੇ ਵੱਧ ਤੋਂ ਵੱਧ। 43 ਕੁਐਸਚਨ ਹੈ, ਹਰੇਕ ਰਾਜ ਦੀ ਮੰਤਰੀ ਪਰਿਸ਼ਦ ਕਿਸ ਦੇ ਸਾਹਮਣੇ ਸਹੁੰ ਲੈਂਦੀ ਹੈ, ਤਾਂ ਹਰੇਕ ਰਾਜ ਦੀ ਮੰਤਰੀ ਪਰਿਸ਼ਦ ਹੈ ਰਾਜਪਾਲ ਦੇ ਸਾਹਮਣੇ ਸਹੁੰ ਲੈਂਦੀ ਹੈ। 44 ਉਪ ਰਾਸ਼ਟਰਪਤੀ ਦੀ ਚੋਣ ਸੰਬੰਧੀ ਵਿਵਾਦਾਂ ਦਾ ਨਿਪਟਾਰਾ ਕੌਣ ਕਰਦਾ ਹੈ, ਤਾਂ ਇਹ ਸੁਪਰੀਮ ਕੋਰਟ ਦੇ ਵਿੱਚ ਹੁੰਦਾ ਹੈ ਜੀ। ਨੈਕਸਟ ਹੈ 45ਵਾਂ, ਚੋਣਾਂ ਵਿੱਚ ਕਿਸੇ ਉਮੀਦਵਾਰ ਦੀ ਜ਼ਮਾਨਤ ਕਦੋਂ ਜ਼ਬਤ ਹੋ ਜਾਂਦੀ ਹੈ। ਕਿਸੇ ਉਮੀਦਵਾਰ ਦੀ ਜ਼ਮਾਨਤ ਉਦੋਂ ਜ਼ਬਤ ਹੋ ਜਾਂਦੀ ਜਦੋਂ ਉਹਦੇ ਕੋਲ 1/6 ਤੋਂ ਘੱਟ ਵੋਟਾਂ ਪ੍ਰਾਪਤ ਹੋਣ। ਨੈਕਸਟ ਹੈ 46ਵਾਂ ਕੁਐਸਚਨ, ਚੋਣ ਖੇਤਰ ਦਾ ਮਤਦਾਨ ਤੋਂ ਪਹਿਲਾਂ ਪ੍ਰਚਾਰ ਦਾ ਕੰਮ ਕਦੋਂ ਬੰਦ ਹੋ ਜਾਂਦਾ ਹੈ, ਤਾਂ ਕਦੋਂ ਬੰਦ ਹੋ ਜਾਂਦਾ ਮਤਦਾਨ ਤੋਂ ਪਹਿਲਾਂ ਜਿਹੜਾ ਪ੍ਰਚਾਰ ਕਰਨ ਦਾ ਕੰਮ ਹੈਗਾ 48 ਘੰਟੇ ਪਹਿਲਾਂ ਜਿਹੜਾ ਹੈਗਾ ਉਹ ਬੰਦ ਕਰ ਦਿੱਤਾ ਜਾਂਦਾ ਪ੍ਰਚਾਰ। ਨੈਕਸਟ ਹੈ JS ਮਿਲ ਕਿਸ ਦੇ ਸਮਰਥਕ ਸੀ। JS ਮਿਲ ਹੈ ਜਿਹੜੇ ਉਹ ਬੋਲਣ ਅਤੇ ਲਿਖਣ ਦੀ ਸੁਤੰਤਰਤਾ ਦੇ ਸਮਰਥਕ ਸੀ। 48 ਕੁਐਸਚਨ ਹੈ, ਲਿਬਰਟੀ ਸ਼ਬਦ ਦੀ ਉਤਪਤੀ ਕਿਸ ਸ਼ਬਦ ਤੋਂ ਹੋਈ ਹੈ। ਲਿਬਰਟੀ ਦੀ ਉਤਪਤੀ ਹੈ ਜਿਹੜੀ ਉਹ ਲਿਬਰ ਸ਼ਬਦ ਤੋਂ ਹੋਈ ਹੈ। 49 ਸੁਤੰਤਰਤਾ ਦੇ ਸਕਾਰਾਤਮਕ ਪੱਖ ਨੂੰ ਕਿਸ ਨੇ ਅਪਣਾਇਆ, ਤਾਂ ਅਪਣਾਇਆ ਜੀ ਗ੍ਰੀਨ ਨੇ। ਸਾਰੇ ਮਨੁੱਖ ਆਜ਼ਾਦ ਪੈਦਾ ਹੋਏ ਹਨ, ਇਹ ਧਾਰਨਾ ਸੰਬੰਧਿਤ ਹੈ ਅਮਰੀਕਾ ਦੀ ਸੁਤੰਤਰਤਾ ਦੇ ਨਾਲ। ਅੱਗੇ ਹੈ 51 ਕੁਐਸਚਨ, ਭਾਰਤੀ ਦਲ ਵਿਵਸਥਾ ਦੇ ਸੰਬੰਧ ਵਿੱਚ ਕੀ ਸਹੀ ਹੈ, ਤਾਂ ਭਾਰਤੀ ਦਲ ਵਿਵਸਥਾ ਦੇ ਸੰਬੰਧ ਵਿੱਚ ਕੀ ਹੈ, ਇੱਕ ਦਲ ਦੀ ਪ੍ਰਧਾਨਤਾ ਵਾਲੀ ਬਹੁਦਲੀ ਪੱਧਤੀ ਆ। ਭਾਵ ਕਿ ਪ੍ਰਧਾਨਤਾ ਇੱਕ ਦਲ ਦੀ ਹੁੰਦੀ ਹੈ ਪਰ ਆਪਣੇ ਕੋਲ ਜਿਹੜੇ ਹੈਗੇ ਬਹੁਦਲੀ ਪ੍ਰਣਾਲੀ ਹੈ ਜਿਹੜੀ ਕਿ ਮਿਲ ਕੇ ਵੀ ਇੱਕ ਸਾਂਝੀ ਸਰਕਾਰ ਦਾ ਨਿਰਮਾਣ ਕਰ ਸਕਦੇ ਨੇ। ਅੱਗੇ ਹੈਗਾ 52 ਕੁਐਸਚਨ, ਪਰੰਪਰਾਵਾਦੀ ਦਵਾ ਸਮੂਹ ਕਿਸ ਨੂੰ ਮੰਨਿਆ ਜਾਂਦਾ ਹੈ। ਜਿਹੜੇ ਅਸਮੁਦਾਇਕ ਦਵਾ ਸਮੂਹ ਹੁੰਦੇ ਨੇਗੇ ਉਹਨਾਂ ਨੂੰ ਪਰੰਪਰਾਵਾਦੀ ਮੰਨਿਆ ਜਾਂਦਾ, ਅਸਮੁਦਾਇਕ ਦਵਾ ਸਮੂਹ। ਨੈਕਸਟ ਹੈ 53ਵਾਂ ਕੁਐਸਚਨ, ਦੋ ਦਲੀ ਪ੍ਰਣਾਲੀ ਦੀ ਮੁੱਖ ਵਿਸ਼ੇਸ਼ਤਾ ਕੀ ਹੈ। ਦੋ ਹੀ ਮੁੱਖ ਦਲਾਂ ਦਾ ਹੋਣਾ ਦੋ ਦਲੀ ਪ੍ਰਣਾਲੀ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ। 54 ਕੁਐਸਚਨ, ਦਲ ਪ੍ਰਣਾਲੀ ਦਾ ਜਨਕ ਹੈ ਜਿਹੜਾ ਉਹ ਕਿਸ ਨੂੰ ਮੰਨਿਆ ਜਾਂਦਾ ਹੈਗਾ, ਪਿਊਰਿਟਿਸ ਨੂੰ ਜਿਹੜਾ ਹੈਗਾ ਦਲ ਪ੍ਰਣਾਲੀ ਦਾ ਜਿਹੜਾ ਹੈਗਾ ਜਨਕ ਮੰਨਿਆ ਜਾਂਦਾ ਹੈ। ਨੈਕਸਟ ਹੈ 55 ਕੁਐਸਚਨ, ਰਾਜਨੀਤਿਕ ਦਲਾਂ ਦੀ ਆਦਰਸ਼ਵਾਦੀ ਧਾਰਾ ਦੇ ਸਮਰਥਕ ਕੌਣ ਹੈ, ਤਾਂ ਰਾਜਨੀਤਿਕ ਦਲਾਂ ਦੀ ਆਦਰਸ਼ਵਾਦੀ ਧਾਰਾ ਦੇ ਸਮਰਥਕ ਨੇਗੇ ਬਰਕ। ਆਮ ਤੌਰ 'ਤੇ ਰਾਜਨੀਤਿਕ ਦਲਾਂ ਦਾ ਕੰਮ ਹੈ, ਆਮ ਤੌਰ 'ਤੇ ਰਾਜਨੀਤਿਕ ਦਲਾਂ ਦਾ ਕੰਮ ਕੀ ਹੈ, ਜਨਮਤ ਦਾ ਨਿਰਮਾਣ ਕਰਨਾ। ਨੈਕਸਟ ਹੈ ਰਾਜਨੀਤਿਕ ਦਲਾਂ ਦਾ ਪ੍ਰਧਾਨ ਤੱਤ ਕਿਹੜਾ। ਰਾਜਨੀਤਿਕ ਦਲਾਂ ਦਾ ਪ੍ਰਧਾਨ ਤੱਤ ਖੇਤਰਵਾਦ ਵੀ ਹੈ, ਸੰਗਠਨ ਵੀ ਹੈ, ਜਾਤੀਵਾਦ ਵੀ ਹੈ, ਕਿਉਂਕਿ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਹੀ ਜਿਹੜੀ ਹੈਗੀ ਰਾਜਨੀਤਿਕ ਦਲ ਹੈ ਉਹ ਅੱਗੇ ਆਉਂਦੇ ਨੇ, ਲੋਕਾਂ ਦਾ ਸਮਰਥਨ ਹੈ ਜਿਹੜਾ ਉਹ ਹਾਸਲ ਕਰਦੇ ਨੇ। ਨੈਕਸਟ ਕੁਐਸਚਨ ਹੈ 58, ਉਦਾਰਵਾਦ ਕਿਸ ਦ੍ਰਿਸ਼ਟੀ ਨਾਲ ਅਪੂਰਨ ਮੰਨਿਆ ਗਿਆ, ਤਾਂ ਜਿਹੜਾ ਉਦਾਰਵਾਦ ਆ ਉਹ ਨੈਤਿਕ ਦ੍ਰਿਸ਼ਟੀ ਨਾਲ ਅਪੂਰਨ ਮੰਨਿਆ ਗਿਆ। 59 ਦਾ ਵਰਗ ਕਿਸ ਤਰ੍ਹਾਂ ਦਾ ਵਿਚਾਰਕ ਮੰਨਿਆ ਗਿਆ, ਵਰਗ ਹੈ ਜਿਹੜਾ ਅਨੁਦਾਰਵਾਦੀ ਵਿਚਾਰਕ ਮੰਨਿਆ ਗਿਆ। ਸਕਾਰਾਤਮਕ ਉਦਾਰਵਾਦੀ ਵਿਦਵਾਨ ਕੌਣ ਹੈ, ਸਕਾਰਾਤਮਕ ਉਦਾਰਵਾਦੀ ਵਿਦਵਾਨ ਹੈ ਗ੍ਰੀਨ।
ਆਧੁਨਿਕ ਉਦਾਰਵਾਦੀ ਵਿਚਾਰਕਾਂ ਦਾ ਰਾਜ ਦੇ ਸੰਦਰਭ ਵਿੱਚ ਦ੍ਰਿਸ਼ਟੀਕੋਣ ਹੈ ਪੁਲਿਸ ਰਾਜ। ਜਿਹੜੇ ਆਧੁਨਿਕ ਉਦਾਰਵਾਦੀ ਉਹ ਪੁਲਿਸ ਰਾਜ ਨੂੰ ਜਿਹੜਾ ਹੈਗਾ ਸਹੀ ਮੰਨਦੇ ਨੇ। ਨੈਕਸਟ ਹੈ ਮਾਰਕਸਵਾਦ ਦਾ ਲਕਸ਼ ਕੀ ਸੀ। ਮਾਰਕਸਵਾਦ ਦਾ ਲਕਸ਼ ਸੀ ਵਰਗ ਵਿਹੀਨ ਸਮਾਜ। ਠੀਕ ਹੈ, ਵਰਗਹੀਨ ਸਮਾਜ ਵੀ ਕਹਿ ਸਕਦੇ ਹਾਂ ਆਪਾਂ। ਨੈਕਸਟ ਹੈ ਮਜ਼ਦੂਰਾਂ ਦਾ ਕੋਈ ਦੇਸ਼ ਨਹੀਂ, ਇਹ ਕਿਸ ਨੇ ਕਿਹਾ? ਮਜ਼ਦੂਰਾਂ ਦਾ ਕੋਈ ਦੇਸ਼ ਨਹੀਂ ਇਹ ਮਾਰਕਸ ਨੇ ਕਿਹਾ ਸੀ, ਜਿਹੜਾ ਕਿ ਸਭ ਤੋਂ ਇੰਪੋਰਟੈਂਟ ਮੰਨਿਆ ਗਿਆ। ਅੱਗੇ ਹੈ ਪਹਿਲੇ ਵਿਗਿਆਨੀ ਸਮਾਜਵਾਦੀ ਵਿਚਾਰਕ ਕੌਣ ਹਨ? ਪਹਿਲੇ ਵਿਗਿਆਨੀ ਸਮਾਜਵਾਦੀ ਵਿਚਾਰਕ ਜਾਂ ਪਹਿਲੇ ਵਿਗਿਆਨਕ ਸਮਾਜਵਾਦੀ ਵਿਚਾਰਕ ਉਹ ਹੈਗੇ ਮਾਰਕਸ। ਨੈਕਸਟ ਹੈ ਮਾਰਕਸ ਨੇ ਸਮਾਜਵਾਦ ਨੂੰ ਕੀ ਕਿਹਾ? ਤਾਂ ਮਾਰਕਸ ਨੇ ਸਮਾਜਵਾਦ ਨੂੰ ਕਿਹਾ ਗਾ ਵਿਗਿਆਨਕ ਸਮਾਜਵਾਦ ਦਾ ਨਾਮ ਦਿੱਤਾ ਹੈ। ਮਾਰਕਸ ਕਿਸ ਤੋਂ ਪ੍ਰਭਾਵਿਤ ਹੋ ਕੇ ਭੌਤਿਕਵਾਦੀ ਬਣ ਗਿਆ? ਤਾਂ ਮਾਰਕਸ ਹੈ ਜਿਹੜਾ ਉਹ ਫੇਅਰਬੈਕਸ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਹੈਗਾ ਗਾ ਭੌਤਿਕਵਾਦੀ ਬਣ ਗਿਆ ਸੀ। ਨੈਕਸਟ ਹੈ ਰਾਜਨੀਤਿਕ ਪਾਰਟੀਆਂ ਵਿਚਾਰਾਂ ਦੀ ਦਲਾਲੀ ਦਾ ਕੰਮ ਕਰਦੀਆਂ ਨੇ, ਇਹ ਕਿਸ ਨੇ ਕਿਹਾ? ਰਾਜਨੀਤਿਕ ਪਾਰਟੀਆਂ ਵਿਚਾਰਾਂ ਦੀ ਦਲਾਲੀ ਦਾ ਕੰਮ ਕਰਦੀਆਂ ਨੇ, ਇਹ ਕਿਸ ਨੇ ਕਿਹਾ ਗਾ? ਲਾਵੈਲ ਨੇ। ਅਗਲਾ ਕੁਐਸਚਨ ਹੈ ਜੀ ਸਮਾਜਿਕ ਨਿਆਂ ਦਾ ਮੁੱਖ ਤੱਤ ਕਿਹੜਾ ਹੈ? ਸਮਾਜਿਕ ਨਿਆਂ ਦਾ ਮੁੱਖ ਤੱਤ ਹੈ ਮੌਕੇ ਦੀ ਸਮਾਨਤਾ। ਨੈਕਸਟ ਹੈ ਨਿਆਂ ਅਤੇ ਸਮਾਨਤਾ ਵਿੱਚ ਗੂੜਾ ਸੰਬੰਧ ਹੈ। ਨਿਆਂ ਅਤੇ ਸਮਾਨਤਾ ਵਿੱਚ ਗੂੜਾ ਸੰਬੰਧ ਹੈ। ਇਹ ਕਿਹੜੀ ਵਿਚਾਰਧਾਰਾ ਦੇ ਅਧੀਨ ਆਉਂਦਾ? ਇਹ ਸਮਾਜਵਾਦੀ ਤੇ ਮਾਰਕਸਵਾਦੀ ਵਿਚਾਰਧਾਰਾ ਦੇ ਅਧੀਨ ਆਉਂਦਾ ਹੈਗਾ। ਨੈਕਸਟ ਕੁਐਸਚਨ ਹੈ ਜੀ ਹਰੇਕ ਮੌਲਿਕ ਜ਼ਰੂਰਤ ਦੀ ਪ੍ਰਾਪਤੀ ਨੂੰ ਮੰਨਿਆ ਹੈ। ਹਰੇਕ ਮੌਲਿਕ ਜ਼ਰੂਰਤ ਦੀ ਪ੍ਰਾਪਤੀ ਨੂੰ ਮੰਨਿਆ ਹੈ। ਲੋਕ ਕਲਿਆਣਕਾਰੀ ਧਾਰਨਾ ਦੇ ਵਿੱਚ ਹਰੇਕ ਮੌਲਿਕ ਜ਼ਰੂਰਤ ਨੂੰ ਪ੍ਰਾਪਤੀ ਹੀ ਮੰਨਿਆ ਜਾਂਦਾ ਹੈ। 71 ਦਾ ਹੈ ਕਿਸ ਨੇ ਕਿਹਾ ਮੇਰੀ ਆਤਮਾ ਦਾ ਨਿਵਾਸ ਸਥਾਨ ਰਾਜ ਵਿੱਚ ਹੈ? ਤਾਂ ਇਹ ਕਿਹਾ ਸੀ ਕੁਮਾਰੀ MP ਫਾਲਟ ਨੇ। ਅਗਲਾ ਹੈ ਦ ਕੁਐਸਟ ਆਫ ਜਸਟਿਸ ਕਿਸ ਦੀ ਧਾਰਨਾ? ਦ ਕੁਐਸਟ ਆਫ ਜਸਟਿਸ ਹੈ ਜਿਹੜੀ ਬਾਰਕਰ ਦੀ ਧਾਰਨਾ। UNO ਦੀ ਮਹਾਸਭਾ ਨੂੰ ਵਿਸ਼ਵ ਦਾ ਲਘੂ ਸੰਸਦ ਕਿਹਾ ਜਾਂਦਾ ਹੈਗਾ। ਕਿਉਂ ਕਿਹਾ ਜਾਂਦਾ ਇਹ? ਪਹਿਲਾਂ ਤਾਂ ਕਿਹਾ ਜਾਂਦਾ ਹੈ ਕਿਹਨੇ ਕਿਹਾ? ਇਹ ਕਿਹਾ ਬਾਂਡੇਨਬਰਗ ਨੇ। ਕਿਉਂ ਕਿਹਾ ਜਾਂਦਾ? ਕਿਉਂਕਿ UNO ਹੈ ਜਿਹੜੀ 193 ਦੇਸ਼ਾਂ ਦੀ ਮਹਾਸਭਾ ਹੈਗੀ। 193 ਦੇਸ਼ ਹੈ ਜਿਹੜੇ UNO ਦੇ ਮੈਂਬਰ ਨੇ, ਤਾਂ ਉੱਥੇ 193 ਦੇਸ਼ਾਂ ਦੇ ਲਈ ਜਿਹੜੇ ਹੈਗੇ ਫੈਸਲੇ ਹੁੰਦੇ ਨੇ। ਅਗਲਾ ਹੈ 74ਵਾਂ ਕੁਐਸਚਨ ਅੰਤਰਰਾਸ਼ਟਰੀ ਅਦਾਲਤ ਦੇ ਜੱਜਾਂ ਦਾ ਕਾਰਜਕਾਲ 9 ਸਾਲ ਹੁੰਦਾ ਹੈ ਅਤੇ ਹਰ 3 ਸਾਲ ਬਾਅਦ ਕਿੰਨੇ ਜੱਜ ਰਿਟਾਇਰ ਹੁੰਦੇ ਨੇ? ਤਾਂ ਹਰ 3 ਸਾਲ ਬਾਅਦ ਜਿਹੜੇ ਹੈਗੇ 5 ਜੱਜ ਹੈ ਜਿਹੜੇ ਉਹ ਰਿਟਾਇਰ ਹੁੰਦੇ ਨੇ। ਲਾਸਟ ਕੁਐਸਚਨ ਹੈ ਜੀ ਉਦਾਰਵਾਦ ਕੀ ਹੈ? ਉਦਾਰਵਾਦ ਕੀ ਹੈ? ਇੱਕ ਵਿਚਾਰ ਵੀ ਹੈ, ਇੱਕ ਅਭਿਵਿਰਤੀ ਵੀ ਹੈ, ਪ੍ਰਵਿਰਤੀ ਵੀ ਹੈ, ਦਰਸ਼ਨ ਅਤੇ ਵਿਚਾਰਧਾਰਾ ਵੀ ਹੈ, ਯਾਨੀ ਕਿ ਇੱਕ ਫਲਸਫਾ ਅਤੇ ਫਿਲਾਸਫੀ ਵੀ ਹੈ। ਤਾਂ ਇਹ ਸੀ ਆਪਣਾ ਲਾਸਟ ਵਾਲਾ ਕੁਐਸਚਨ। ਅਤੇ ਅੱਜ ਤੁਹਾਡੀ ਜਿਹੜੀ ਹੈਗੀ ਹੈ ਇਹ ਪੋਲੀਟੀਕਲ ਦੀ ਮਾਸਟਰ ਕੇਡਰ ਦੀ ਜਿਹੜੀ ਹੈਗੀ ਹੈ ਸੀਰੀਜ਼ ਸੀਗੀ ਪਹਿਲੀ, ਅਤੇ ਉਮੀਦ ਕਰਦੇ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ।